हाँ बेटा, स्वागत है ਤੁਹਾਡਾ ਦੀਪਕ ਸਰ ਦੀ ਅੱਜ ਦੀ ਮੈਥ ਆਨਲਾਈਨ ਜ਼ੂਮ ਕਲਾਸ ਵਿੱਚ। ਅੱਜ ਅਸੀਂ ਕਰਾਂਗੇ ਬੇਟਾ ਸ਼ੀਟ ਨੰਬਰ 15। ਇਹ ਬੇਟਾ ਜੋ ਅਸੀਂ ਸ਼ੀਟਸ ਕਰ ਰਹੇ ਹਾਂਗੇ, ਇਹ ਤੁਸੀਂ ਇਹ ਨਾ ਸਮਝੋ ਕਿ ਸਿਲੇਬਸ ਅੱਡ ਹੈ ਤੇ ਸ਼ੀਟਾਂ ਅੱਡ ਨੇ। ਜੋ ਰੈਜੀਲੈਂਸ ਪ੍ਰੋਗਰਾਮ ਹੈ ਇਹ ਸ਼ੀਟਾਂ ਹੀ ਤੁਹਾਡਾ ਸਿਲੇਬਸ ਹੈ। ਤੁਹਾਨੂੰ ਦੱਸ ਦਈਏ ਬੇਟਾ, ਮਈ ਤੇ ਅਪ੍ਰੈਲ ਮਈ ਦਾ ਜੋ ਸਿਲੇਬਸ ਸੀ ਉਹਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਚੈਪਟਰ ਕਰਨੇ ਸੀ। ਇੱਕ ਕਰਨਾ ਸੀ ਬੇਟਾ ਤੁਸੀਂ ਵਾਸਤਵਿਕ ਸੰਖਿਆਵਾਂ, ਰੀਅਲ ਨੰਬਰਸ, ਬਹੁਪਦ, ਪੋਲੀਨੋਮੀਅਲਸ, ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ, ਲਾਈਨਰ ਪੇਅਰਸ ਆਫ ਲਾਈਨਰ ਇਕੁਏਸ਼ਨਸ ਵਿਦ ਟੂ ਵੇਰੀਏਬਲਸ ਐਂਡ ਪ੍ਰੋਬੇਬਿਲਿਟੀ ਸੰਭਾਵਨਾ। ਇਹ ਚਾਰ ਚੈਪਟਰ ਅਸੀਂ ਅਪ੍ਰੈਲ ਮਈ ਦੇ ਵਿੱਚ ਕਰਨੇ ਸੀ। ਇਹਨਾਂ ਵਰਕਸ਼ੀਟਾਂ ਦੇ ਵਿੱਚ ਇਹੀ ਚਾਰ ਚੈਪਟਰ ਸਮਝਾਏ ਗਏ ਹੈ। ਪਹਿਲਾਂ ਅਸੀਂ ਜੋ ਵਰਕਸ਼ੀਟਾਂ ਕੀਤੀਆਂ ਸੀ ਉਹਦੇ ਵਿੱਚ ਸੀਗਾ ਵਾਸਤਵਿਕ ਸੰਖਿਆਵਾਂ ਬਾਰੇ। ਇਸ ਤੋਂ ਬਾਅਦ ਜੋ ਸ਼ੀਟਾਂ ਆਈਆਂ ਉਸ ਦੇ ਵਿੱਚ ਅਸੀਂ ਬਹੁਪਦ ਬਾਰੇ ਪੜ੍ਹਿਆ। ਇਸ ਤੋਂ ਬਾਅਦ ਅਸੀਂ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਤੁਹਾਨੂੰ ਸਮਝਾਇਆ ਸੀ ਕਿ ਅਸੀਂ ਲਾਈਨਰ ਇਕੁਏਸ਼ਨਸ ਵਿਦ ਟੂ ਵੇਰੀਏਬਲਸ ਨੂੰ ਚਾਰ ਮੈਥਡ ਨਾਲ ਸੋਲਵ ਕਰ ਸਕਦੇ ਹਾਂ: ਅਲੇਖੀ ਵਿਧੀ, ਪ੍ਰਤੀਸਥਾਪਨ ਵਿਧੀ, ਤਿਰਛੀ ਗੁਣਾ ਵਿਧੀ ਤੇ ਵਿਲੋਪਨ ਵਿਧੀ। ਇਸ ਤੋਂ ਬਾਅਦ ਬੇਟਾ ਅਸੀਂ ਅੱਜ ਜਿਹੜਾ ਹੈ ਅੱਜ ਦੀਆਂ ਸ਼ੀਟਾਂ ਤੋਂ ਸ਼ੁਰੂ ਹੋਏਗਾ ਤੁਹਾਡਾ ਲਾਸਟ ਅਪ੍ਰੈਲ ਤੇ ਮਈ ਦੇ ਸਿਲੇਬਸ ਦਾ ਚੈਪਟਰ ਸੰਭਾਵਨਾ, ਪ੍ਰੋਬੇਬਿਲਿਟੀ। ਬੇਟਾ ਅੱਜ ਜੋ ਵੀ ਕੰਮ ਹੈ ਸਾਰਾ ਉਹ ਪ੍ਰੋਬੇਬਿਲਿਟੀ ਨਾਲ ਰਿਲੇਟਡ ਹੈ। ਇਸ ਤੋਂ ਬਾਅਦ ਵੀ ਜਿਹੜੀਆਂ ਸ਼ੀਟਸ ਆਉਣਗੀਆਂ ਉਹ ਪ੍ਰੋਬੇਬਿਲਿਟੀ ਦੀਆਂ ਹੀ ਆਉਣਗੀਆਂ। ਠੀਕ ਹੈ ਬੇਟਾ? ਠੀਕ ਆ ਜੀ। ਹਾਂ, ਤਾਂ ਅੱਜ ਅਸੀਂ ਪੜ੍ਹਾਂਗੇ ਵੀ ਪ੍ਰੋਬੇਬਿਲਿਟੀ ਕੀ ਹੁੰਦੀ ਹੈ, ਇਹਦਾ ਕੀ ਫਾਰਮੂਲਾ ਹੈ, ਇਹਨੂੰ ਕਿਵੇਂ ਪਤਾ ਕਰਨਾ ਹੈ। ਤਾਂ ਅਸੀਂ ਬੇਟਾ ਸ਼ੀਟ ਖੋਲ੍ਹਣ ਜਾ ਰਹੇ ਹਾਂ, ਆਪਣੀ ਸ਼ੀਟ ਨੰਬਰ 15। ਇਹ ਬੇਟਾ ਆਪਣੇ ਕੋਲ ਸ਼ੀਟ ਨੰਬਰ 15 ਦੇਖੋ, ਨਜ਼ਰ ਆ ਰਹੀ ਸਾਰਿਆਂ ਨੂੰ? ਹਾਂਜੀ। ਹਾਂਜੀ, ਇਹਨੂੰ ਅਸੀਂ ਥੋੜ੍ਹਾ ਜਿਹਾ ਜ਼ੂਮ ਕਰਦੇ ਹਾਂ ਤਾਂ ਜੋ ਤੁਹਾਨੂੰ ਜ਼ਿਆਦਾ ਕਲੀਅਰ ਦਿਖ ਸਕੇ। ਹਾਂਜੀ, ਤਾਂ ਆਹ ਬੇਟਾ ਸਾਡੇ ਕੋਲੇ ਡੇ 54 ਦੇ ਸਵਾਲ ਆ ਗਏ ਨੇ। ਇਹਦੇ ਵਿੱਚ ਇਹ ਸਵਾਲ ਨਹੀਂ ਹੈਗੇ, ਇੱਥੇ ਇਹ ਦੱਸਿਆ ਗਿਆ ਹੈ ਕਿ ਸੰਭਾਵਨਾ ਕੀ ਹੁੰਦੀ ਹੈ ਜਾਂ ਸੰਭਾਵਨਾ ਕਦੋਂ ਪੈਦਾ ਹੁੰਦੀ ਹੈ। ਅਸੀਂ ਗੱਲ ਕਰਦੇ ਹਾਂ ਬੇਟਾ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਤਾਂ ਇੱਥੇ ਅਸੀਂ ਸੰਭਾਵਨਾ ਸ਼ਬਦ ਦਾ ਵਰਤੋਂ ਕਰਦੇ ਹਾਂ। ਭਾਰਤ ਦੀ ਵਿਸ਼ਵ ਕੱਪ ਜਿੱਤਣ ਦੀ ਬਹੁਤ ਸੰਭਾਵਨਾ ਹੈ। ਜਦੋਂ ਵੀ ਵਰਲਡ ਕੱਪ ਹੁੰਦੇ ਨੇ ਤਾਂ ਆਪਾਂ ਸੋਚਦੇ ਹਾਂ ਵੀ ਕਿੰਨੀ ਕੁ ਸੰਭਾਵਨਾ ਹੈ ਭਾਰਤ ਦੇ ਜਿੱਤਣ ਦੀ। ਜਦੋਂ ਇੱਕ ਸਿੱਕਾ ਉਛਾਲਿਆ ਜਾਂਦਾ ਬੇਟਾ, ਸਿੱਕੇ ਦੇ ਦੋ ਪਾਸੇ ਹੁੰਦੇ ਆ, ਇੱਕ ਹੈੱਡ ਇੱਕ ਟੇਲ। ਹੈੱਡ ਨੂੰ ਪੰਜਾਬੀ 'ਚ ਕਹਿੰਦੇ ਆ ਚਿੱਤ, ਟੇਲ ਨੂੰ ਕਹਿੰਦੇ ਆ ਪੱਟ। ਤਾਂ ਜਦੋਂ ਅਸੀਂ ਇਹਨੂੰ ਉੱਪਰ ਸਿੱਟਦੇ ਹਾਂ ਤਾਂ ਹੈੱਡ ਜਾਂ ਟੇਲ 'ਚੋਂ ਇੱਕੋ ਹੀ ਪਾਸਾ ਉੱਪਰ ਆਊਗਾ, ਉਹਦੀ ਸੰਭਾਵਨਾ ਜਿਹੜੀ ਹੈ ਉਹਦੀ ਵੀ ਅਸੀਂ ਗੱਲ ਕਰਦੇ ਹਾਂ। ਪੈਟਰੋਲ ਦੀਆਂ ਕੀਮਤਾਂ ਵਧਣ ਦੀ ਬਹੁਤ ਉਮੀਦ ਹੈ। ਇੱਥੇ ਇਸ ਵਿੱਚ ਅਸੀਂ ਆਮ ਤੌਰ 'ਤੇ ਸ਼ਬਦ ਦੀ ਵਰਤੋਂ ਕਰਦੇ ਹਾਂ ਸੰਭਵ, ਸੰਭਾਵਤ, ਮੌਕਾ, ਸੰਭਾਵਨਾ ਅਤੇ ਅਨਿਸ਼ਚਿਤਤਾ ਜਾਂ ਸੰਭਾਵਨਾ। ਇਹ ਬੇਟਾ ਅਨਿਸ਼ਚਿਤਤਾ ਜਾਂ ਸੰਭਾਵਨਾ ਨੂੰ ਦਰਸਾਉਂਦਾ ਹੈ। ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਫਾਈਂਡ ਕਰਾਂਗੇ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਬਾਰੇ ਗੱਲ ਕਰਦੇ ਹਾਂ। ਇਹ ਸਵਾਲ ਨਹੀਂ ਹੈ, ਸਿਰਫ ਸੰਭਾਵਨਾ ਕੀ ਹੁੰਦੀ ਹੈ ਉਹਦੇ ਬਾਰੇ ਦੱਸਿਆ ਗਿਆ ਹੈ ਕਿ ਇਹ ਚੀਜ਼ ਸਾਡੇ ਮੈਥ ਦਾ ਅੱਜ ਦਾ ਟੌਪਿਕ ਹੈ। ਇਹ ਜਿਵੇਂ ਮੈਂ ਉਦਾਹਰਨਾਂ ਦਿੱਤੀਆਂ ਬੇਟਾ, ਗਿਵ ਸਮ ਐਗਜ਼ਾਮਪਲਸ ਆਫ ਪ੍ਰੋਬੇਬਿਲਿਟੀ, ਸੰਭਾਵਨਾ ਦੀਆਂ ਕੁਝ ਉਦਾਹਰਨਾਂ ਦਿਓ। ਇਹ ਤੁਸੀਂ ਆਪਣੇ ਆਪ ਕਰਨਾ ਹੈ। ਜਿਵੇਂ ਆ ਉਦਾਹਰਨਾਂ ਹੈਗੀਆਂ, ਅੱਜ ਮੀਂਹ ਪੈਣ ਦੀ ਸੰਭਾਵਨਾ ਹੈ, ਭਾਰਤ ਦੀ ਵਿਸ਼ਵ ਕੱਪ ਜਿੱਤਣ ਦੀ ਬਹੁਤ ਸੰਭਾਵਨਾ ਹੈ, ਜਦੋਂ ਇੱਕ ਸਿੱਕਾ ਉਛਾਲਿਆ ਜਾਂਦਾ ਹੈ ਤਾਂ ਚਿੱਤ ਜਾਂ ਪੱਟ ਆਉਣ ਦੀ ਸੰਭਾਵਨਾ ਪਤਾ ਕਰੋ, ਪੈਟਰੋਲ ਦੀਆਂ ਕੀਮਤਾਂ ਵਧਣ ਦੀ ਬਹੁਤ ਉਮੀਦ ਹੈ। ਇਹੋ ਜਿਹੀਆਂ ਤੁਸੀਂ ਉਦਾਹਰਨਾਂ ਹੋਰ ਲਿਖਣੀਆਂ ਨੇ। ਇਸ ਤੋਂ ਬਾਅਦ ਬੇਟਾ ਆ ਗਿਆ ਸਾਡੇ ਕੋਲ ਫਾਰਮੂਲਾ ਸੰਭਾਵਨਾ ਦਾ। ਸੰਭਾਵਨਾ ਦਾ ਬੇਟਾ ਕੀ ਫਾਰਮੂਲਾ ਹੁੰਦਾ ਹੈ? ਅਨੁਕੂਲ ਪਰਿਣਾਮਾਂ ਦੀ ਗਿਣਤੀ, ਇੱਥੇ PE ਲਿਖਿਆ, P ਫੋਰ ਪ੍ਰੋਬੇਬਿਲਿਟੀ, E ਫੋਰ ਈਵੈਂਟ, ਵੀ ਕਿਸੇ ਵੀ ਘਟਨਾ ਦੀ ਸੰਭਾਵਨਾ। ਫਾਰਮੂਲਾ ਕੀ ਯਾਦ ਰੱਖਣਾ ਹੈ? ਅਨੁਕੂਲ ਪਰਿਣਾਮਾਂ ਦੀ ਗਿਣਤੀ, ਆਪਾਂ ਨੌਵੀਂ 'ਚ ਵੀ ਕੀਤਾ ਸੀ ਇਹ, ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟੇ ਕੁੱਲ ਪਰਿਣਾਮਾਂ ਦੀ ਗਿਣਤੀ। ਇੰਗਲਿਸ਼ 'ਚ ਲਿਖਾਂਗੇ PE ਇਜ਼ ਇਕੁਅਲ ਟੂ ਨੰਬਰ ਆਫ ਫੇਵਰੇਬਲ ਆਊਟਕਮਸ ਓਵਰ ਟੋਟਲ ਨੰਬਰ ਆਫ ਆਊਟਕਮਸ। ਜਿਵੇਂ ਬੇਟਾ ਸਾਨੂੰ ਉਦਾਹਰਨ ਵੀ ਦਿੱਤੀ ਗਈ ਹੈ। ਉਦਾਹਰਨ ਦੇ ਲਈ ਜਦੋਂ ਅਸੀਂ ਇੱਕ ਸਿੱਕਾ ਉਛਾਲਦੇ ਹਾਂ ਤਾਂ ਚਿੱਤ ਆਉਣ ਦੀ ਸੰਭਾਵਨਾ। ਹੁਣ ਜਦੋਂ ਆਪਾਂ ਸਿੱਕਾ ਉਛਾਲਿਆ ਬੇਟਾ, ਉਹਦੇ ਕਿੰਨੇ ਪਾਸੇ ਹੁੰਦੇ ਆ? ਇੱਕ ਹੈੱਡ ਅਤੇ ਇੱਕ ਟੇਲ, ਦੋ ਪਾਸੇ ਹੁੰਦੇ ਆ। ਤਾਂ ਕੁੱਲ ਪਰਿਣਾਮਾਂ ਦੀ ਗਿਣਤੀ ਹੁੰਦੀ ਹੈ ਵੀ ਕਿਸੇ ਚੀਜ਼ ਦੀਆਂ ਕੀ ਟੋਟਲ ਸੰਭਾਵਨਾਵਾਂ ਕਿੰਨੀਆਂ ਨੇ, ਕੁੱਲ ਪਰਿਣਾਮ ਕਿੰਨੇ ਨੇ। ਤਾਂ ਕੁੱਲ ਪਰਿਣਾਮ ਸਿੱਕੇ ਦੀ ਸਥਿਤੀ ਵਿੱਚ ਕਿੰਨੇ ਹੋ ਗਏ? 2। ਅਨੁਕੂਲ ਮਤਲਬ ਜੋ ਆਊਗਾ ਦੋਹਾਂ 'ਚ ਇੱਕੋ ਹੀ ਆਊਗਾ, ਤਾਂ ਅਨੁਕੂਲ ਪਰਿਣਾਮਾਂ ਦੀ ਗਿਣਤੀ ਹੋ ਗਈ 1।
ਤੇ ਸੰਭਾਵਨਾ ਸਾਡੀ ਕੀ ਹੋਗੀ 1/2, ਕਿਉਂਕਿ ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟੇ ਕੁੱਲ ਪਰਿਣਾਮਾਂ ਦੀ ਗਿਣਤੀ ਸਾਡਾ ਸੰਭਾਵਨਾ ਹੁੰਦੀ ਹੈ। ਤਾਂ ਫੋਰ ਐਗਜ਼ਾਮਪਲ ਫਾਈਂਡ ਦਾ ਪ੍ਰੋਬੇਬਿਲਿਟੀ ਆਫ ਆਬਟੇਨਿੰਗ ਹੈਡ ਵੈਨ ਵੀ ਟੌਸ ਆ ਕੋਇਨ। ਜਦੋਂ ਅਸੀਂ ਇੱਕ ਕੋਇਨ ਨੂੰ ਟੌਸ ਕਰਦੇ ਹਾਂ ਤਾਂ ਉਹਦੀ ਹੈਡ ਆਉਣ ਦੀ ਕੀ ਪ੍ਰੋਬੇਬਿਲਿਟੀ ਹੈ। ਟੋਟਲ ਨੰਬਰ ਆਫ ਆਊਟਕਮਸ ਕਿੰਨੀਆਂ ਨੇ 2 ਹੈਡ ਤੇ ਟੇਲ। ਨੰਬਰ ਆਫ ਫੇਵਰੇਬਲ ਆਊਟਕਮਸ 1, ਤਾਂ ਸੰਭਾਵਨਾ ਦਾ ਫਾਰਮੂਲਾ ਲਾਤਾ ਨੰਬਰ ਆਫ ਫੇਵਰੇਬਲ ਆਊਟਕਮਸ ਓਬਲੀਕ ਨੰਬਰ ਆਫ ਟੋਟਲ ਆਊਟਕਮਸ। ਤਾਂ ਸਾਡੇ ਕੋਲੇ 1/2 ਆਨਸਰ ਆ ਗਿਆ ਬੇਟਾ, ਇਹ ਕੀਤਾ ਹੀ ਹੋਇਆ ਹੈਗਾ। ਇਸ ਤੋਂ ਬਾਅਦ ਬੇਟਾ ਪਾਰਟ ਬੀ ਡੇ ਨੰਬਰ 55, ਤਾਂ ਇਹ ਤੁਹਾਨੂੰ ਨਜ਼ਰ ਆ ਰਿਹਾ ਹੈਗਾ। ਆਹ ਕੀ ਚੀਜ਼ ਹੈ ਬੇਟਾ, ਇੱਕ ਸਿੱਕਾ ਹੈ, ਸਿੱਕੇ ਦੇ ਦੋ ਪਾਸੇ ਹੈ, ਜਿਹੜੇ ਪਾਸੇ ਕਣਕ ਦੀਆਂ ਬੱਲੀਆਂ ਬਣੀਆਂ ਹੋਈਆਂ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ ਟੇਲ, ਤੇ ਜਿੱਧਰ 3 ਸ਼ੇਰਾਂ ਵਾਲੀ ਮੂਰਤੀ ਬਣੀ ਹੋਈ ਹੈ ਇਹਨੂੰ ਕਹਿ ਦਿੰਦੇ ਨੇ ਹੈਡ। ਤੇ ਇਹਨੂੰ ਕੀ ਕਹਿੰਦੇ ਵੀ ਰੈੱਡ ਕਲਰ 'ਚ ਜੋ ਬੋਲੋ, ਜੋ ਰੈੱਡ ਕਲਰ ਵਿੱਚ ਹੈ ਇਹਨੂੰ ਕੀ ਕਹਿੰਦੇ ਹੈ, ਪਤਾ ਕਿਸੇ ਨੂੰ? ਲੂਡੋ ਦੀ ਡੀਟੀ ਜੀ। ਹਾਂ, ਇਹਨੂੰ ਆਮ ਤੌਰ ਤੇ ਲੂਡੋ ਦੀ ਡੀਟੀ ਕਹਿ ਦਿੰਦੇ ਆ, ਪਰ ਇਹਨੂੰ ਅਸੀਂ ਡਾਈਸ, ਅੰਗਰੇਜ਼ੀ ਦੇ ਵਿੱਚ ਇਹਨੂੰ ਕਹਾਂਗੇ ਡਾਈਸ ਤੇ ਪੰਜਾਬੀ ਦੇ ਵਿੱਚ ਕਹਾਂਗੇ ਪਾਸਾ। ਠੀਕ ਹੈ, ਹਾਂ, ਇਹਨੂੰ ਪੰਜਾਬੀ 'ਚ ਪਾਸਾ ਤੇ ਅੰਗਰੇਜ਼ੀ ਦੇ ਵਿੱਚ ਡਾਈਸ, DICE, ਅਸੀਂ ਇਹਨੂੰ ਇਸ ਤਰੀਕੇ ਨਾਲ ਸ਼ਬਦ ਵਰਤਾਂਗੇ। ਆਪਾਂ ਕੀ ਲਿਖਣਾ ਇਹਦੇ ਵਿੱਚ, ਰਾਈਟ ਟੋਟਲ ਪੋਸੀਬਲ ਆਊਟਕਮਸ। ਆਪਾਂ ਦੱਸਣਾ ਵੀ ਕੁੱਲ ਸੰਭਾਵਨਾਵਾਂ ਕਿੰਨੀਆਂ ਹੋ ਸਕਦੀਆਂ ਜਾਂ ਕੁੱਲ ਪਰਿਣਾਮ ਜਿਹੜੇ ਹੈਗੇ ਨੇ ਉਹ ਕੀ ਆ ਸਕਦੇ ਨੇ। 2 ਸਿੱਕੇ ਉਛਾਲਣ ਤੇ ਊੜਾ ਸਵਾਲ ਹੈ, ਟੌਸਿੰਗ 2 ਕੋਇਨਸ। ਪਹਿਲਾਂ ਆਪਾਂ ਊੜਾ ਸਵਾਲ ਕਰਦੇ ਹਾਂ ਵੀ ਜਦੋਂ ਅਸੀਂ ਇੱਕ ਸਿੱਕੇ ਨੂੰ ਉਛਾਲਦੇ ਹਾਂ, ਇੱਕ ਸਿੱਕੇ ਨੂੰ, ਇੱਕ ਕੋਇਨ ਨੂੰ, ਇੰਗਲਿਸ਼ 'ਚ ਸਿੱਕੇ ਨੂੰ ਕੀ ਕਹਿੰਦੇ ਕੋਇਨ, ਉਹਨੂੰ ਟੌਸ ਕਰਦੇ ਹਾਂ ਤਾਂ ਕੀ ਸਾਡੇ ਕੋਲ ਸੰਭਾਵਨਾ ਆ ਸਕਦੀ ਹੈ। ਇਹਦਾ ਸੋਲਿਊਸ਼ਨ ਦੇਖੋ ਬੇਟਾ, ਹਾਂਜੀ ਆ ਦੇਖੋ ਬੇਟਾ, ਊੜਾ ਭਾਗ 2 ਸਿੱਕੇ ਉਛਾਲਣ ਤੇ ਕੁੱਲ ਪਰਿਣਾਮ ਬਰਾਬਰ 4, ਟੋਟਲ ਪੋਸੀਬਲ ਆਊਟਕਮਸ ਔਨ ਟੌਸਿੰਗ 2 ਕੋਇਨ। ਜਦੋਂ ਅਸੀਂ 2 ਸਿੱਕੇ ਬੇਟਾ ਸਿੱਟਾਂਗੇ ਨਾ ਤਾਂ ਜਾਂ ਤਾਂ ਦੇਖੋ ਦੋਨਾਂ ਤੇ ਹੈੱਡ ਆ ਜਾਣਗੇ HH, ਇਹ ਹੋ ਸਕਦਾ ਪਹਿਲੇ ਤੇ ਹੈੱਡ ਆ ਜੇ ਦੂਜੇ ਤੇ ਟੇਲ ਆ ਜੇ, ਜਾਂ ਪਹਿਲੇ ਤੇ ਟੇਲ ਆ ਜੇ ਦੂਜੇ ਤੇ ਹੈੱਡ ਆ ਜੇ, ਜਾਂ ਦੋਨਾਂ ਤੇ ਟੇਲ ਆ ਜੇ। ਤਾਂ 4 ਸੰਭਾਵਨਾ ਹੋ ਗਈਆਂ। ਜਦੋਂ ਅਸੀਂ 2 ਸਿੱਕੇ ਉਛਾਲਾਂਗੇ ਤਾਂ ਟੋਟਲ ਪੋਸੀਬਲ ਆਊਟਕਮਸ ਕਿੰਨੀਆਂ ਹੋ ਗਈਆਂ 4। ਤਾਂ ਹਾਂ, ਟੋਟਲ ਪੋਸੀਬਲ ਆਊਟਕਮਸ ਔਨ ਟੌਸਿੰਗ 2 ਕੋਇਨਸ ਇਜ਼ ਇਕੁਅਲ ਟੂ 4। ਜਸਪ੍ਰੀਤ ਵੀ ਬੇਟਾ ਕਲਾਸ ਜੁਆਇਨ ਕਰ ਰਹੀ ਹੈ। ਹਾਂ ਬੇਟਾ ਜਸਪ੍ਰੀਤ, ਸਵਾਗਤ ਹੈ ਤੁਹਾਡਾ। ਹਾਂਜੀ ਜਸਪ੍ਰੀਤ, ਆਵਾਜ਼ ਸੁਣਾਈ ਦੇ ਰਹੀ ਹੈ ਮੇਰੀ? ਹੈਲੋ ਜਸਪ੍ਰੀਤ, ਚਲੋ ਅਸੀਂ ਅੱਗੇ ਵਧਦੇ ਹਾਂ ਬੇਟਾ। ਤਾਂ ਇਹ ਸਾਡੇ ਕੋਲ ਸੀਗਾ ਸਵਾਲ ਨੰਬਰ 55। ਹਾਂ ਬੇਟਾ ਰੋਜ਼ ਕਲਾਸ ਲਾਇਆ ਕਰੋ, ਕਾਫੀ ਕਲਾਸਿਸ ਮਿਸ ਆ ਤੁਹਾਡੀਆਂ, ਫਾਇਦਾ ਹੋਊਗਾ। ਇਹ ਸਿਲੇਬਸ ਹੀ ਹੋ ਰਿਹਾ ਬੇਟਾ, ਜ਼ਿਆਦਾਤਰ ਸਵਾਲ ਜੇ ਹਾਂ ਪੇਪਰਾਂ ਦੇ ਵਿੱਚੋਂ ਜ਼ਿਆਦਾਤਰ ਸਵਾਲ ਇੱਥੋਂ ਹੀ ਆਉਣਗੇ, ਕਿਉਂਕਿ ਇਹ ਉੱਪਰੋਂ ਹੀ ਸਾਨੂੰ ਬਣ ਕੇ ਆ ਰਹੀਆਂ ਨੇ ਸ਼ੀਟਾਂ। ਤਾਂ ਅਸੀਂ ਬੇਟਾ ਸਵਾਲ ਜਾ ਰਹੇ ਹੈਗੇ। 2 ਸਿੱਕੇ ਉਛਾਲਣ ਤੇ ਟੋਟਲ ਆਊਟਕਮਸ, ਟੋਟਲ ਕੁੱਲ ਪਰਿਣਾਮ ਕਿੰਨੇ ਆ ਗਏ 4। ਹੁਣ ਅਗਲਾ ਸਵਾਲ ਹੈ ਆੜਾ ਭਾਗ, ਇੱਕ ਪਾਸਾ ਸੁੱਟਣ ਤੇ, ਤਾਂ ਇੱਕ ਡਾਈਸ, ਥਰੋਇੰਗ ਆ ਡਾਈਸ। ਜਦੋਂ ਅਸੀਂ ਇੱਕ ਡਾਈਸ ਸਿੱਟਦੇ ਹਾਂ ਤਾਂ ਟੋਟਲ ਜਾਂ ਟੋਟਲ ਪੋਸੀਬਲ ਆਊਟਕਮਸ ਕੀ ਆਉਣਗੀਆਂ। ਸੋਲਿਊਸ਼ਨ ਦੇਖੋ, ਇੱਕ ਪਾਸਾ ਸੁੱਟਣ ਤੇ ਕੁੱਲ ਪਰਿਣਾਮ ਬਰਾਬਰ 6। ਹੁਣ 6 ਆਉਣਗੇ ਵੀ। ਟੋਟਲ ਪੋਸੀਬਲ ਆਊਟਕਮਸ ਔਨ ਥਰੋਇੰਗ ਆ ਡਾਈਸ, ਤਾਂ ਕਿਹੜੇ ਕਿਹੜੇ ਸਾਡੇ ਕੋਲੇ ਪੋਸੀਬਲ ਆਊਟਕਮਸ ਨੇ। ਇੱਕ ਤਾਂ 1 ਆ ਸਕਦਾ, ਦੇਖੋ ਜਿੱਧਰ ਇੱਕ ਬਿੰਦੀ ਛਪੀ ਹੁੰਦੀ ਉਹਨੂੰ ਅਸੀਂ 1 ਕਿਹਾ ਹੈ, ਔਰ ਜਿੱਧਰ 2 ਬਿੰਦੀਆਂ ਛਪੀਆਂ ਉਹਨੂੰ 2, 3 ਬਿੰਦੀਆਂ ਵਾਲੇ ਨੂੰ 3, ਜਿੱਧਰ 4 ਬਿੰਦੀਆਂ ਛਪੀਆਂ ਹੁੰਦੀਆਂ ਉਹਨੂੰ 4, 5 ਬਿੰਦੀਆਂ ਵਾਲੇ ਨੂੰ 5 ਤੇ 6 ਬਿੰਦੀਆਂ ਵਾਲੇ ਨੂੰ 6। ਤਾਂ ਸਾਡੇ ਕੋਲ 1 ਵੀ ਆ ਸਕਦਾ, ਦੇਖੋ ਉੱਪਰ 2 ਵੀ ਆ ਸਕਦਾ, 3 ਵੀ ਆ ਸਕਦਾ, 4, 5 ਜਾਂ 6 ਕੋਈ ਵੀ ਆ ਸਕਦਾ ਹੈ। ਤਾਂ ਟੋਟਲ ਪੋਸੀਬਲ ਆਊਟਕਮਸ ਕਿੰਨੀਆਂ ਹੋ ਗਈਆਂ 6। ਇਹ ਬੇਟਾ ਇਹ ਜਿਹੜੀ ਸੰਭਾਵਨਾ ਚੈਪਟਰ ਹੈ ਇਹਦੇ ਛੋਟੇ ਸਵਾਲ ਹੁੰਦੇ ਨੇ, ਬੜੇ ਛੋਟੇ ਹੁੰਦੇ ਨੇ, ਫਿਲਅਪਸ ਜਾਂ 2-2 4-4 ਲਾਈਨਾਂ ਦੇ ਸਵਾਲ ਵਿੱਚ ਹੁੰਦੇ ਨੇ। ਫਿਲਅਪਸ ਵਾਲੇ ਸਵਾਲ ਆ ਗਏ ਬੇਟਾ। ਦੇਖੋ ਇੱਕ ਡਾਈਸ ਦੇ ਉੱਪਰ ਇਸ ਤਰੀਕੇ ਨਾਲ ਬਿੰਦੀਆਂ ਬਣੀਆਂ ਹੁੰਦੀਆਂ, ਇੱਕ ਪਾਸੇ ਇੱਕ ਬਿੰਦੀ ਹੁੰਦੀ ਹੈ, 2 ਬਿੰਦੀਆਂ ਵੀ ਹੁੰਦੀਆਂ, 3 4 5 6। ਇਫ ਵੀ ਥਰੋ ਅ ਡਾਈਸ ਦੈਨ ਫਾਈਂਡ ਦਾ ਪ੍ਰੋਬੇਬਿਲਿਟੀ ਆਫ ਅਬਟੇਨਿੰਗ ਨੰਬਰ। ਅਸੀਂ ਇੱਕ ਡਾਈਸ ਸਿੱਟੀ ਬੇਟਾ,
ਇੱਕ ਪਾਸਾ ਸਿੱਟਿਆ ਤਾਂ ਸਾਡੇ ਕੋਲੇ 3 ਆਉਣ ਦੀ ਸੰਭਾਵਨਾ, 5 ਆਉਣ ਦੀ ਸੰਭਾਵਨਾ, 2 ਆਉਣ ਦੀ ਸੰਭਾਵਨਾ ਤੇ 7 ਆਉਣ ਦੀ ਸੰਭਾਵਨਾ ਕੀ ਹੋਏਗੀ। ਤਾਂ ਇਹ ਅਸੀਂ ਪਤਾ ਕਰਨਾ ਹੈਗਾ। ਬੜਾ ਸੌਖਾ ਬੇਟਾ ਇਹ। ਦੇਖੋ 3 ਕਿੰਨੇ ਵਾਰੀ ਇੱਥੇ ਆ ਉੱਪਰ ਜੋ ਬਣਿਆ ਹੋਇਆ ਹੈ 3 ਬਿੰਦੀਆਂ ਕਿੰਨੇ ਵਾਰੀ ਨੇ? 1 ਵਾਰੀ ਹੈ ਨਾ। ਹਾਂਜੀ ਸਿਰਫ ਇੱਥੇ ਹੀ ਹੈ, ਦੇਖੋ ਹੋਰ ਤਾਂ ਕਿਤੇ ਹੈ ਹੀ ਨਹੀਂ। ਹਾਂਜੀ ਤਾਂ ਤੇ ਟੋਟਲ ਕਿੰਨੇ ਸਾਈਡਸ ਨੇ? 6। ਤਾਂ 1/6 3 ਆਉਣ ਦੀ ਸੰਭਾਵਨਾ ਕੀ ਹੈ? 1/6। ਅੱਛੇ ਇੱਕ ਫੇਵਰੇਬਲ, ਆ ਫੇਵਰੇਬਲ ਹੋ ਗਿਆ ਤਾਂ ਟੋਟਲ 6 ਹੈ। ਆਈ 5 ਹੈ ਬੇਟਾ, 5 ਵਾਸਤੇ ਵੀ ਇੱਕੋ ਹੀ, ਦੇਖੋ ਇਹ ਵੀ 1/6 ਹੋ ਗਿਆ। ਤੇ ਜਿਹੜਾ 2 ਹੈ ਉਹ ਵੀ 1/6 ਤੇ ਜਿਹੜਾ 7 ਹੈ ਉਹ ਵੀ 1/6। ਤੇ ਚਾਰੇ ਨੰਬਰ, ਕੋਈ ਵੀ ਨੰਬਰ ਆਉਣ ਦੀ ਸੰਭਾਵਨਾ ਡਾਈਸ ਤੇ 1/6 ਹੁੰਦੀ ਹੈ। ਤਾਂ ਤੁਸੀਂ ਕਿਵੇਂ ਲਿਖਣਾ ਇਸ ਨੂੰ? ਹਾਂਜੀ 56 ਨੰਬਰ ਬੇਟਾ ਕੁਐਸਚਨ। 1 ਮਿੰਟ ਵੀ ਆਪਾਂ ਦੁਬਾਰਾ ਪੜ੍ਹਦੇ ਹਾਂ ਇਸ ਨੂੰ। ਹਾਂਜੀ ਇਸੇ ਤੇ ਸੀ ਅਸੀਂ, ਆ ਰਹਿ ਗਿਆ ਸਾਡਾ ਵੀ 1 ਮਿੰਟ ਵੀ। ਡੇ 56 ਰਹਿ ਗਿਆ, ਅਸੀਂ 57 ਤੇ ਚਲੇ ਗਏ ਸੀਗੇ। ਰਾਈਟ ਡਾਊਨ ਫਾਰਮੂਲਾ ਟੂ obtain ਟੂ ਦਾ ਪ੍ਰੋਬੇਬਿਲਿਟੀ ਆਫ ਐਨ ਇਵੈਂਟ। ਬੇਟਾ ਕਿਸੇ ਵੀ ਪ੍ਰੋਬੇਬਿਲਿਟੀ ਇਵੈਂਟ ਦੀ, ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ ਪਤਾ ਕਰਨ ਦਾ ਸੂਤਰ, ਫਾਰਮੂਲਾ ਲਿਖਣਾ ਆਪਾਂ। ਉੱਪਰ ਆਪਾਂ ਪੜ੍ਹ ਕੇ ਆਏ ਫਾਰਮੂਲਾ, ਆ ਪਿਆ, ਆ ਪੰਜਾਬੀ 'ਚ ਪਿਆ ਫਾਰਮੂਲਾ, ਇੱਧਰ ਅੰਗਰੇਜ਼ੀ 'ਚ ਪਿਆ ਹੈ ਨਾ। ਇਹੀ ਅਸੀਂ ਲਿਖਣਾ ਇੱਥੇ। ਤਾਂ ਅਸੀਂ ਲਿਖਤਾ ਫਾਰਮੂਲਾ ਕੀ ਹੁੰਦਾ ਹੈ? PE ਬਰਾਬਰ ਅਨੁਕੂਲ ਪਰਿਣਾਮਾਂ ਦੀ ਗਿਣਤੀ ਬਟਾ ਕੁੱਲ ਪਰਿਣਾਮਾਂ ਦੀ ਗਿਣਤੀ। ਤੇ ਇੰਗਲਿਸ਼ ਵਾਲੇ ਲਿਖ ਲੈਣਗੇ ਨੰਬਰ ਆਫ ਫੇਵਰੇਬਲ ਆਊਟਕਮਸ ਬਟੇ ਟੋਟਲ ਨੰਬਰ ਆਫ ਆਊਟਕਮਸ। ਤਾਂ ਇਸ ਤੋਂ ਬਾਅਦ ਬੇਟਾ ਦੇਖੋ ਤੁਸੀਂ ਅਗਲਾ ਫਿਲਅਪਸ, ਅਗਲੀ ਫਿਲਅਪਸ ਕੀ ਹੈ? ਪ੍ਰੋਬੇਬਿਲਿਟੀ ਆਫ ਅਕਰੈਂਸ ਆਫ ਐਨ ਇਵੈਂਟ ਪਲੱਸ ਪ੍ਰੋਬੇਬਿਲਿਟੀ ਆਫ ਨੌਨ ਅਕਰੈਂਸ ਆਫ ਇਵੈਂਟ। ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ ਤੇ ਪਲੱਸ ਨਾ ਵਾਪਰਨ ਦੀ ਸੰਭਾਵਨਾ, ਜੋੜ ਕਰ ਦੇਣਾ ਆਪਾਂ ਇੱਥੇ। ਵਾਪਰਨ ਦੀ ਸੰਭਾਵਨਾ ਤੇ ਨਾ ਵਾਪਰਨ ਦੀ ਸੰਭਾਵਨਾ, ਇਹ ਹਮੇਸ਼ਾ ਯਾਦ ਰੱਖਣਾ ਹੈ, ਇੱਕ ਹੁੰਦਾ ਹੈ। ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ ਪਲੱਸ ਨਾ ਵਾਪਰਨ ਦੀ ਸੰਭਾਵਨਾ ਬਰਾਬਰ 1। ਇਹਦਾ ਆਨਸਰ 1 ਆ ਜਾਊਗਾ। ਅਜਿਹੀ ਘਟਨਾ ਜੋ ਵਾਪਰ ਨਹੀਂ ਸਕਦੀ, ਜੋ ਨਹੀਂ ਵਾਪਰ ਸਕਦੀ, ਬਟ ਉਹਦੀ ਸੰਭਾਵਨਾ ਕੀ ਹੋ ਸਕਦੀ ਹੈ? ਅਜਿਹੀ ਘਟਨਾ ਜੋ ਵਾਪਰ ਨਹੀਂ ਸਕਦੀ ਉਹਦੀ ਸੰਭਾਵਨਾ ਕੀ ਹੋਊਗੀ? 0। ਜਿਹੜੀ